ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਰਸ ਬਾਰਹਿ ਉਗਵੈ ਸੂਰ, ਅਹਨਿਸ ਬਾਜੇ ਅਨਹਦ ਤੂਰ। ਬਾਰਸ ਕਹੀਏ ਦੁਆਦਸੀ ਦੁਆਰਾ ਕਥਨ ਕਰਦੇ ਹਨ। ਜਿਵੇਂ ਇੱਕੋ ਸਮੇਂ 12 ਸੂਰਜ ਉਦੈ ਹੋ ਜਾਣ ਤਾਂ ਜੋ ਪ੍ਰਕਾਸ਼ ਹੁੰਦਾ ਹੈ, ਇਵੇਂ ਜਦੋਂ 12 ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਅਤੇ ਮਨ ਅਤੇ ਬੁੱਧ ਜਦੋਂ ਅੰਦਰੋਂ ਨਿਰੋਧ ਹੋ ਜਾਂਦੇ ਹਨ, ਉਦੋਂ ਅੰਦਰ 12 ਸੂਰਜਾਂ ਵਰਗਾ ਪ੍ਰਕਾਸ਼ ਪ੍ਰਤੀਤ ਹੁੰਦਾ ਹੈ। ਜਦੋਂ ਬ੍ਰਹਮ ਗਿਆਨ ਰੂਪੀ ਸੂਰਜ ਹਿਰਦੇ ਰੂਪੀ ਆਕਾਸ਼ ਵਿੱਚ ਉਦੈ ਹੋ ਜਾਂਦਾ ਹੈ, ਉਦੋਂ ਮਨ 12 ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਜਾਂਦਾ ਹੈ ਅਤੇ ਅਹਨਿਸ ਰਾਤ ਦਿਨ ਹੱਦ ਤੋਂ ਰਹਿਤ ਇੱਕ ਰਸ ਅਜਪਾ ਜਾਪ ਰੂਪ ਤੂਰ ਰਣ ਸਿੰਘੇ ਵਾਜੇ ਵੱਜਦੇ ਹਨ। ਦੇਖਿਆ ਤਿਹੂ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਫਿਰ ਤਿਹੂ ਕਹੀਏ ਤਿੰਨਾਂ ਲੋਕਾਂ ਦਾ ਪੀਓ ਪਤੀ ਪਰਮਾਤਮਾ ਉਹਨਾਂ ਨੂੰ ਦਿਸ ਪੈਂਦਾ ਹੈ। ਅੰਤਿਸ਼ਕਰਨ ਦੇ ਅੰਦਰ ਜੋਤੀ ਸਰੂਪ ਪ੍ਰਗਟ ਹੋ ਜਾਂਦਾ ਹੈ ਅਤੇ ਇਉਂ ਇਹ ਬਹੁਤ ਅਸਚਰਜ ਭਇਆ ਹੋਇਆ ਇਹ ਜੀਵ ਤੋਂ ਉਲਟ ਕੇ ਸੀਓ ਕਲਿਆਣ ਸਰੂਪ ਬ੍ਰਹਮ ਦਾ ਹੀ ਰੂਪ ਹੋ ਗਿਆ। ਤੇਰਸ ਤੇਰਹਿ ਅਗਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ। ਤ੍ਰੋਦਸੀ ਥਿਤ ਦੁਆਰਾ ਕਥਨ ਕਰਦੇ ਹਨ ਕਿ 9 ਵਿਆਕਰਣ ਅਤੇ 4 ਵੇਦ, ਇਹ 13 ਗ੍ਰੰਥ ਅਤੇ 6 ਅਗਮ ਸ਼ਾਸਤਰ ਉਸ ਪਰਮੇਸ਼ਰ ਦਾ ਵਖਾਣ ਵਖਿਆਣ ਕਰਦੇ ਹਨ ਜੋ ਪੁਰਖ ਅਗੰਮ ਗਮ ਸੋਗ ਗਮਤਾ ਤੋਂ ਰਹਿਤ ਪਰਮੇਸ਼ਰ ਦਾ ਵਖਿਆਣ ਕਰਦੇ ਹਨ ਤੇ ਉਹ ਪੁਰਸ਼ ਤਿੰਨਾਂ ਗੁਣਾਂ ਦੇ ਸੁਭਾਅ ਤੋਂ ਰਹਿਤ ਹੋ ਜਾਂਦੇ ਹਨ ਅਤੇ ਉਹ ਪੁਰਸ਼ ਉਸ ਪਰਮੇਸ਼ਰ ਦੇ ਸਰੂਪ ਵਿੱਚ ਹੀ ਸਦਾ ਰਹਿੰਦੇ ਹਨ। ਅਰਧ ਉਰਧ ਵਿੱਚ ਸਮ ਪਹਿਚਾਣ। ਅਰਧ ਕਹੀਏ ਨੀਚੇ ਜੋ ਜੀਵ ਹੈ, ਉਹ ਉਰਧ ਉੱਪਰ ਜੋ ਈਸ਼ਰ ਹੈ। ਗੁਰਮੁਖ ਜਨ ਇਹਨਾਂ ਦੋਵਾਂ ਵਿੱਚ ਸਮ ਇੱਕੋ ਜਿਹਾ ਹੀ ਪਰਮੇਸ਼ਰ ਨੂੰ ਪਛਾਣ ਲੈਂਦੇ ਹਨ। ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ। ਉਸ ਅਵਸਥਾ ਵਿੱਚ ਨਾ ਕੋਈ ਨੀਵਾਂ ਹੈ, ਨਾ ਕੋਈ ਉੱਚਾ ਹੈ, ਨਾ ਕੋਈ ਸਤਕਾਰ ਹੰਕਾਰ ਹੈ, ਨਾ ਹੀ ਕੋਈ ਅਮਾਨ ਮਾਨ ਤੋਂ ਰਹਿਤ ਹੈ। ਨੀਵਾਂ ਤਮੋ ਗੁਣ ਵਾਲਾ ਵੀ ਪ੍ਰਤੀਤ ਨਹੀਂ ਹੁੰਦਾ, ਊਚ ਉੱਚਾ ਸਤੋ ਗੁਣ ਵਾਲਾ ਵੀ ਪ੍ਰਤੀਤ ਨਹੀਂ ਹੁੰਦਾ। ਸੋ ਮਾਨ ਸਤਕਾਰ ਕਰਾਉਣ ਵਾਲਾ ਭਾਵ ਰਜੋ ਗੁਣੀ ਵੀ ਨਹੀਂ ਪ੍ਰਤੀਤ ਹੁੰਦਾ। ਮਾਨ ਤੋਂ ਰਹਿਤ ਨਿਮਰਤਾ ਵਾਲਾ ਵੀ ਪ੍ਰਤੀਤ ਨਹੀਂ ਹੁੰਦਾ। ਉੱਥੇ ਕੋਈ ਵੀ ਧੁੰਦਵਾਦ ਨਹੀਂ ਹੈ। 14 ਲੋਕ ਮਝਾਰ, ਰੋਮ ਰੋਮ ਮਹਿ ਬਸਹਿ ਮੁਰਾਰ। 14ਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ 14 ਲੋਕਾਂ, 7 ਪਤਾਲ 7 ਆਕਾਸ਼ ਮਝਾਰ ਹੁੰਦਾ ਵਿੱਚ 14 ਪੰਜ ਕਰਮ ਇੰਦਰੇ, 5 ਗਿਆਨ ਇੰਦਰੇ ਅਤੇ ਚਤੁਸ਼ਟਾ ਅੰਤਸ਼ਕਰਨ ਇਹਨਾਂ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ ਸਾਰਿਆਂ ਦੇ ਮਝਾਰ ਵਿੱਚ ਹੈ ਅਤੇ ਉਹ ਮੁਰਾਰੀ ਪਰਮੇਸ਼ਰ ਸਾਰੇ ਬ੍ਰਹਿਮੰਡ ਵਿੱਚ ਰੋਮ ਰੋਮ ਵਿੱਚ ਵਸਦਾ ਪਿਆ ਹੈ। ਜਿਸ ਦੇ ਰੋਮ ਰੋਮ ਵਿੱਚ ਪਰਮੇਸ਼ਰ ਦਾ ਸਿਮਰਨ ਹੁੰਦਾ ਹੈ, ਉਸ ਦੇ ਅੰਦਰ ਮੁਰਾਰੀ ਪਰਮੇਸ਼ਰ ਆਪ ਆ ਕੇ ਵਸਦਾ ਹੈ। ਸਤ ਸੰਤੋਖ ਕਾ ਧਰਹੁ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਸਤ ਪ੍ਰਤੱਗੀ ਭਲੀ ਪ੍ਰਕਾਰ ਤ੍ਰਿਪਤੀ ਹੋਣੀ ਇਤਿਆਦਿਕ ਸ਼ੁਭ ਗੁਣਾਂ ਦੇ ਸਹਿਤ ਹੋ ਕੇ ਉਸ ਪਰਮੇਸ਼ਰ ਦਾ ਧਿਆਨ ਧਾਰਨਾ ਕਰੋ ਅਤੇ ਕਥਨੀ ਵਿਆਖਿਆ ਵਿੱਚ ਬ੍ਰਹਮ ਗਿਆਨ ਪਰਮੇਸ਼ਰ ਦੇ ਗਿਆਨ ਨੂੰ ਕਥਨ ਕਰਨਾ ਕਰੀਏ। ਪੂਨਿਓ ਪੂਰਾ ਚੰਦ ਆਕਾਸ, ਪਸਰਹਿ ਕਲਾ ਸਹਿਜ ਪਰਗਾਸ। ਪੂਨਿਓ ਕਹੀਏ ਪੁੰਨਿਆਂ ਦੁਆਰਾ ਕਥਨ ਕਰਦੇ ਹਨ ਕਿ ਜਿਸ ਪ੍ਰਕਾਰ ਪੂਰਨਮਾਸ਼ੀ ਨੂੰ ਗਗਨ ਵਿੱਚ ਪੂਰਾ ਚੰਦਰਮਾ ਹੁੰਦਾ, ਉਸ ਦੀਆਂ ਸਾਰੀਆਂ ਕਲਾ ਕਿਰਨਾਂ ਫੈਲੀਆਂ ਹੋਈਆਂ ਹੁੰਦੀਆਂ ਅਤੇ ਉਹਨਾਂ ਦਾ ਸਹਿਜ ਪ੍ਰਗਾਸ ਸੁਤੇ ਸਿੱਧ ਹੀ ਪ੍ਰਕਾਸ਼ ਹੁੰਦਾ ਹੈ।
ਆਦਿ ਅੰਤ ਮਦ ਹੋਇ ਰਹਿਆ ਥੀਰ। ਸੁਖ ਸਾਗਰ ਮਹਿ ਰਮਹਿ ਕਬੀਰ। ਜਗਤ ਤੂੰ ਆਦ ਪਹਿਲੇ ਵਾਲੇ ਸਮੇਂ ਵਿੱਚ, ਅਖੀਰਲੇ ਸਮੇਂ ਵਿੱਚ ਅਤੇ ਮੱਧ ਹੁਣ ਵਿਚਕਾਰਲੇ ਸਮੇਂ ਵਿੱਚ ਉਹੀ ਪਰਮੇਸ਼ਰ ਸਥਿਤ ਹੋ ਰਿਹਾ ਹੈ। ਸੋ ਆਦ ਜਨਮ ਤੋਂ ਲੈ ਕੇ ਅੰਤ ਤੱਕ ਭਾਵ ਬਾਲ ਬਿਰਧ ਮੱਧ ਵਿੱਚ ਸਦਾ ਉਸ ਪਰਮੇਸ਼ਰ ਦੇ ਸਰੂਪ ਵਿੱਚ ਥੀਰ ਕਹੀਏ ਸਥਿਤ ਰਹਿਣਾ ਚਾਹੀਦਾ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਸੁਖ ਸਾਗਰ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਵਿੱਚ ਰਮਹਿ ਕਹੀਏ ਅਭੇਦ ਹੋ ਰਹੇ ਹਾਂ। ਅਸੀਂ ਉਸ ਦੇ ਰਮਹਿ ਉਚਾਰਨ ਵਿੱਚ ਹੀ ਲੱਗੇ ਰਹਿੰਦੇ ਹਾਂ। ਥਿਤੀ ਕਬੀਰ ਜੀਓ ਕੀ ਸਮਾਪਤੰ। ਸੋ ਇੱਥੇ ਥਿਤੀ ਕਬੀਰ ਜੀਓ ਕੀ ਇਸ ਬਾਣੀ ਦੀ ਵਿਚਾਰ ਸਹਿਤ ਸੰਪੂਰਨਤਾ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਇੱਕ ਅਦਵੈਤ ਸਰੂਪ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਗੌੜੀ ਹੈ। ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 7 ਵਾਰ ਭਾਵ 7 ਦਿਨ। ਸੋ 7 ਅੰਕ ਨਾਲ ਲੱਗਾ ਹੈ, ਇਸ ਕਰਕੇ 7 ਹੀ ਪੜ੍ਹਨਾ ਹੈ। ਬਾਰ ਬਾਰ ਹਰ ਕੇ ਗੁਣ ਗਾਵੋ। ਹੇ ਭਾਈ, ਵਾਰ ਵਾਰ ਹਰੇਕ ਦਿਨ ਹਰ ਹਰੀ ਅਕਾਲ ਪੁਰਖ ਦੇ ਗੁਣ ਸਿਫਤਾਂ ਤਾਈਂ ਗਾਉਣਾ ਕਰੋ। ਬਾਰ ਬਾਰ ਕਹੀਏ ਰੋਮ ਰੋਮ ਕਰਕੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਗੁਰਗਮ ਭੇਦ ਸੋ ਹਰ ਕਾ ਪਾਵੋ ਰਹਾਉ। ਗੁਰਗਮ ਭਾਵ ਗੁਰ ਸ਼ਾਸਤਰ ਸਤਿਗੁਰੂ ਸਾਹਿਬ ਜੀ ਦੇ ਗਿਆਨ ਦੀ ਪ੍ਰਾਪਤੀ ਵਾਲੇ ਹਨ। ਉਹਨਾਂ ਦੁਆਰਾ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਦਾ ਭੇਦ ਰਾਜ ਪਾਉਣਾ ਕਰੋ ਰਹਾਉ। ਆਦਿਤ ਕਰੈ ਭਗਤ ਆਰੰਭ। ਕਾਇਆ ਮੰਦਰ ਮਨਸਾ ਥੰਬ। ਅਦਿਤੀ ਦਾ ਪੁੱਤਰ ਸੂਰਜ, ਸੂਰਜ ਦਾ ਦਿਨ ਐਤਵਾਰ। ਐਤਵਾਰ ਦੁਆਰਾ ਸਿੱਖਿਆ ਦਿੰਦੇ ਹਨ ਕਿ ਹੇ ਭਾਈ, ਪਰਮੇਸ਼ਰ ਦੀ ਭਗਤੀ ਨੂੰ ਆਰੰਭ ਸ਼ੁਰੂ ਕਰਨਾ ਕਰੋ। ਆਦਿਤ ਆ ਸਾਰਿਆਂ ਦੇ ਵਿੱਚ ਜੋ ਦਿੱਤ ਪ੍ਰਕਾਸ਼ ਰੂਪ ਹੈ, ਉਸ ਦੀ ਭਗਤੀ ਆਰੰਭ ਸ਼ੁਰੂ ਕਰੋ। ਬੁੱਧੀ ਦੇ ਜਦੋਂ ਕਾਇਆ ਬੁੱਧੀ ਦੇ ਅੰਦਰੋਂ ਮਨਸਾ ਵਾਸ਼ਨਾ ਨੂੰ ਥੰਬੋਗੇ ਤਾਂ ਮੰਦਰ ਅਧਿਸ਼ਠਾਨ ਰੂਪ ਇਸ ਸਰੀਰ ਵਿੱਚੋਂ ਹੀ ਪ੍ਰਾਪਤ ਹੋ ਜਾਵੇਗਾ। ਅਹਨਿਸ ਅਖੰਡ ਸੋ ਰਹੀ ਜਾਏ। ਤਉ ਅਨਹਦ ਬੇਣ ਸਹਿਜ ਮਹਿ ਬਾਏ। ਅਹਨਿਸ ਰਾਤ ਦਿਨੇ ਜਦੋਂ ਬਿਰਤੀ ਅਖੰਡ ਅਖੰਡਾਕਾਰ ਹੋ ਕੇ ਸੋ ਰਹੀ ਜਾਏ ਭਾਵ ਬ੍ਰਹਮਾਕਾਰ ਹੋ ਟਿਕੀ ਰਹੇ। ਅਹਨਿਸ ਰਾਤ ਦਿਨ ਨਿਰੰਤਰ ਅਖੰਡ ਕੱਟਣ ਤੋਂ ਰਹਿਤ ਧੁਨੀ ਸੁਰ ਹੀ ਹਿਰਦੇ ਵਿੱਚ ਜਾਏ ਉਪਜਦੀ ਹੈ। ਸੋ ਤਉ ਅਨਹਦ ਬੇਣ ਸਹਿਜ ਮਹਿ ਬਾਏ। ਪਾਤਸ਼ਾਹ ਕਹਿੰਦੇ ਤਦੋਂ ਹੱਦ ਤੋਂ ਰਹਿਤ ਬੇਣੂ ਆਦਿਕ ਵਾਜੇ ਸੁਤੇ ਸਿੱਧ ਹੀ ਦਸਮ ਦੁਆਰ ਵਿੱਚ ਬਾਏ ਵੱਜਣ ਲੱਗ ਜਾਂਦੇ ਹਨ। ਸੋਮਵਾਰ ਸਸ ਅੰਮ੍ਰਿਤ ਝਰੈ। ਚਾਖਤ ਬੇਗ ਸਗਲ ਬਿਖ ਹਰੈ। ਸੋਮਵਾਰ ਚੰਦਰਮਾ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦੁਆਰਾ ਕਹਿੰਦੇ ਹਨ ਕਿ ਜਿਵੇਂ ਸਸ ਚੰਦਰਮਾ ਵਿੱਚੋਂ ਅੰਮ੍ਰਿਤ ਝਰਦਾ ਹੈ, ਉਦੋਂ ਚੰਦਰ ਕਾਂਤਾ ਮਨੀ ਵਿੱਚੋਂ ਇੱਕ ਰਸ ਨਿਕਲਦਾ, ਜਿਸ ਰਸ ਨੂੰ ਚੱਖਣ ਨਾਲ ਬੇਗੁੰਦਾ ਛੇਤੀ ਹੀ ਮਨੀ ਵਾਲੇ ਸੱਪ ਦੀ ਸਾਰੀ ਬਿਖ ਜ਼ਹਿਰ ਤਕਰੀਬਨ 1 ਮਹੀਨੇ ਵਾਸਤੇ ਨਾਸ ਹੋ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਸਸ ਚੰਦਰਮਾ ਰੂਪ ਹਨ। ਜਦੋਂ ਇਹਨਾਂ ਵਿੱਚੋਂ ਅੰਮ੍ਰਿਤ ਉਪਦੇਸ਼ ਨਾਮ ਰੂਪ ਝਰਨਾ ਝਰਦਾ ਹੈ, ਉਦੋਂ ਜਿਨ੍ਹਾਂ ਦੀ ਬੁੱਧ ਚੰਦਰ ਕਾਂਤਾ ਮਨੀ ਦੀ ਨਿਆਈ ਹੈ, ਉਸ ਬੁੱਧੀ ਵਿੱਚੋਂ ਪਰਮੇਸ਼ਰ ਦਾ ਆਨੰਦ ਰੂਪ ਰਸ ਪ੍ਰਾਪਤ ਹੁੰਦਾ। ਜਿਹੜੇ ਜਿਗਿਆਸੂ ਅਧਿਕਾਰੀ ਜਨ ਉਸ ਰਸ ਨੂੰ ਚੱਖਦੇ ਹਨ, ਉਹਨਾਂ ਦੀ ਵਿਸ਼ਿਆਂ ਦੀ ਸਾਰੀ ਜ਼ਹਿਰ ਨਾਸ ਹੋ ਜਾਂਦੀ ਹੈ। ਬਾਣੀ ਰੋਕਿਆ ਰਹਿ ਦੁਆਰ। ਤਉ ਮਨ ਮਤਵਾਰੋ ਪੀਵਨਹਾਰ। ਬਾਣੀ ਆਦਿਕ ਇੰਦਰੀਆਂ ਨੂੰ ਰੋਕਣਾ ਕਰੀਏ, ਫਿਰ ਦੁਆਰ ਅੰਤਸ਼ਕਰਨ ਦੇ ਅੰਦਰ ਮਨ ਰੁਕਿਆ ਰਹਿੰਦਾ। ਬਾਣੀ ਦੁਆਰਾ ਰੋਕਿਆ ਹੋਇਆ ਮਨ ਸੰਸਾਰ ਵੱਲੋਂ ਰਹਿ ਜਾਂਦਾ। ਤਦੋਂ ਫਿਰ ਚਿੱਤ ਪਰਮੇਸ਼ਰ ਦੇ ਰੰਗ ਵਿੱਚ ਮਤਵਾਰੂ ਮਸਤ ਹੋ ਜਾਂਦਾ ਹੈ।
ਪੀਵਨਹਾਰ। ਸੋ ਅਕਲ ਵਾਲਾ ਭਾਵ ਆਤਮ ਵਿਸ਼ੈਣੀ ਬੁੱਧ ਵਾਲਾ ਹੋ ਜਾਂਦਾ ਅਤੇ ਆਤਮਾ ਆਨੰਦ ਨੂੰ ਪੀਣ ਵਾਲਾ ਬਣ ਜਾਂਦਾ। ਮੰਗਲਵਾਰੇ ਲੈ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਮੰਗਲਵਾਰ ਧਰਤੀ ਦੇ ਪੁੱਤਰ ਦਾ ਨਾਮ ਹੈ। ਇਸ ਦੁਆਰਾ ਕਥਨ ਕਰਦੇ ਹਨ ਕਿ ਮਾਹੀਤ ਮਹਾਤਮਾ ਤੋਂ ਸਿੱਖਿਆ ਲੈਣਾ ਕਰੋ। ਮੰਦ ਵਾਲੇ ਗੁਰੂ ਦੇ ਸ਼ਬਦ ਦਾ ਮਾਹੀਤ ਘੇਰਾ ਲੈਣਾ ਕਰੋ। ਮਾਹੀਤ ਪ੍ਰਿਥਵੀ ਦੇ ਉੱਪਰ ਨੀਵਾਂ ਹੋ ਕੇ ਮਹਾਤਮਾ ਜਨਾਂ ਦੀ ਸਿੱਖਿਆ ਲੈਣਾ ਕਰੋ ਅਤੇ ਪੰਜ ਚੋਰ, ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਚੋਰਾਂ ਦੇ ਰੋਕਣ ਦੀ ਰੀਤੀ ਨੂੰ ਗੁਰਾਂ ਦੁਆਰਾ ਜਾਣਨਾ ਕਰੋ। ਘਰ ਛੋਡੇ ਬਾਹਰ ਜਿਨ ਜਾਏ, ਨਾ ਤਰ ਖਰਾ ਰਿਸੈ ਹੈ ਰਾਏ। ਜਿਸ ਪ੍ਰਕਾਰ ਰਾਜੇ ਦੀ ਰਾਣੀ ਆਪਣੇ ਘਰ ਮਹਿਲਾਂ ਵਿੱਚ ਰਾਜੇ ਨੂੰ ਛੱਡ ਕਰਕੇ ਬਾਹਰ ਗੋਲਿਆਂ ਨਾਲ ਪਰਚਦੀ ਫਿਰੇ ਤਾਂ ਉਸ ਉੱਪਰ ਰਾਜਾ ਨਾਰਾਜ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਬੁੱਧੀ ਰੂਪੀ ਰਾਣੀ ਅੰਤਰਮੁਖ ਬਿਰਤੀ ਰੂਪੀ ਘਰ ਨੂੰ ਛੋਡੇ ਗਈਏ ਛੱਡ ਕਰਕੇ ਬਾਹਰ ਇੰਦਰੀਆਂ ਦੇ ਵਿਸ਼ਿਆਂ ਵਿੱਚ ਮਤ ਜਾਣਾ ਕਰੇ। ਨਾ ਤਰ ਨਹੀਂ ਤਾਂ ਰਾਏ ਪ੍ਰਕਾਸ਼ ਰੂਪ ਚੇਤਨ ਬ੍ਰਹਮ ਖਰਾ ਬਹੁਤ ਰਿਸੈ ਖਿਜੇਗਾ, ਕ੍ਰੋਧਵਾਨ ਹੋਵੇਗਾ ਭਾਵ ਗੁੱਸੇ ਹੋਵੇਗਾ। ਬੁੱਧਵਾਰ ਬੁੱਧ ਕਰੈ ਪਰਗਾਸ, ਹਿਰਦੈ ਕਮਲ ਮਹਿ ਹਰਿ ਕਾ ਬਾਸ। ਬੁੱਧਵਾਰ ਦਿਨ ਚੰਦਰਮਾ ਦੇ ਪੁੱਤਰ ਦਾ ਨਾਮ ਹੈ। ਇਸ ਵਾਰ ਦੁਆਰਾ ਕਥਨ ਕਰਦੇ ਹਨ ਕਿ ਹੇ ਭਾਈ, ਸਤਿਗੁਰਾਂ ਦੁਆਰਾ ਬੁੱਧੀ ਦੇ ਅੰਦਰ ਬ੍ਰਹਮ ਦੇ ਗਿਆਨ ਦਾ ਪ੍ਰਕਾਸ਼ ਕਰਨਾ ਕਰੋ। ਫਿਰ ਅੰਤਸ਼ਕਰਨ ਰੂਪੀ ਕਮਲ ਦੇ ਵਿੱਚ ਹੀ ਹਰੀ ਦਾ ਵਾਸਾ ਪ੍ਰਾਪਤ ਹੋ ਜਾਂਦਾ ਹੈ। ਹਿਰਦੇ ਰੂਪੀ ਕਮਲ ਦੇ ਵਿੱਚ ਹੀ ਹਰੀ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ। ਗੁਰ ਮਿਲ ਦੋਊ ਏਕ ਸਮ ਧਰੈ, ਉਰਦ ਪੰਕ ਲੈ ਸੂਧਾ ਕਰੈ। ਸਤਿਗੁਰੂ ਸਾਹਿਬ ਜੀ ਨਾਲ ਮਿਲ ਕਰਕੇ ਦੋਵੇਂ ਜੀਵ ਅਤੇ ਈਸ਼ਰ ਵਿੱਚ ਏਕਤਾ ਸਮਾਨ ਬਿਰਤੀ ਧਾਰਨ ਕਰੋ। ਭਾਵ ਕਿ ਜੀਵ ਅਤੇ ਈਸ਼ ਦੋਵਾਂ ਵਿੱਚ ਇੱਕੋ ਬ੍ਰਹਮ ਦੀ ਜੋਤ ਹੈ। ਗੁਰਾਂ ਨਾਲ ਮਿਲ ਕਰਕੇ ਗੁਰੂ ਅਤੇ ਪਰਮੇਸ਼ਰ ਦੋਵਾਂ ਵਿੱਚ ਸਮਤਾ ਧਾਰਨ ਕਰੋ। ਉਰਦ ਪੰਕ ਲੈ ਸੂਧਾ ਕਰੈ। ਤੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜਾ ਉਲਟੇ ਹਿਰਦੇ ਰੂਪੀ ਪੰਕ ਕਮਲ ਨੂੰ ਲੈ ਕਰਕੇ ਪਰਮੇਸ਼ਰ ਦੇ ਸਨਮੁਖ ਹੋਣ ਰੂਪੀ ਸੂਧਾ ਕੀਏ ਸਿੱਧਾ ਕਰਨਾ ਕਰੋ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਬ੍ਰਹਸਪਤ ਹੁੰਦਾ ਵੀਰਵਾਰ। ਦੇਵਤਿਆਂ ਦੇ ਗੁਰੂ ਦਾ ਨਾਮ ਬ੍ਰਹਸਪਤ ਹੈ। ਇਸ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਹੇ ਭਾਈ, ਵਿਖਿਆ ਮਾਇਆ ਦੀ ਜ਼ਹਿਰ ਨੂੰ ਨਾਮ ਦੇ ਅਭਿਆਸ ਕਰਕੇ ਰੋੜ ਦੇਣਾ ਕਰੋ ਅਤੇ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਦੀ ਉਪਾਸਨਾ ਦੇ ਥਾਂ ਇੱਕ ਪਰਮੇਸ਼ਰ ਦੇ ਨਾਲ ਬਿਰਤੀ ਜੋੜਨਾ ਕਰੋ। ਤੀਨ ਨਦੀ ਤਹਿ ਤ੍ਰਿਕੁਟੀ ਮਾਹਿ, ਇਹ ਨਿਸ ਕਸਮਲ ਧੋਵਹਿ ਨਾਹਿ। ਤਿੰਨ ਇੜਾ ਪਿੰਗਲਾ ਸੁਖਮਨਾ ਰੂਪੀ ਨਦੀਆਂ ਉੱਥੇ ਦਸਮ ਦੁਆਰ ਰੂਪੀ ਤ੍ਰਿਕੁਟੀ ਵਿੱਚ ਚੱਲ ਰਹੀਆਂ ਹਨ। ਜੋਗਾਨੰਦ ਰੂਪ ਅੰਮ੍ਰਿਤ ਵਿੱਚ ਨਹਾ ਕਰਕੇ ਅਹਨਿਸ ਦਿਨ ਰਾਤ ਪਾਪਾਂ ਨੂੰ ਧੋਣਾ ਕਰੋ। ਸਾਧ ਸੰਗਤ ਰੂਪੀ ਤ੍ਰਿਕੁਟੀ ਬਣੀ ਹੋਈ ਹੈ, ਜਿੱਥੇ ਕਰਮ ਕਥਾ ਜਮਨਾ ਰੂਪ ਹੋ ਕੇ ਵਹਿ ਰਹੀ, ਗੰਗਾ ਦੀ ਨਿਆਈ ਭਗਤੀ ਦੀ ਕਥਾ ਹੈ, ਸਰਸਵਤੀ ਦੀ ਨਿਆਈ ਗਿਆਨ ਕਥਾ ਪ੍ਰਵਾਹ ਰੂਪ ਹੋ ਕੇ ਵਹਿ ਰਹੀ ਹੈ। ਉੱਥੇ ਰਾਤ ਦਿਨ ਪਾਪਾਂ ਦੀ ਮੈਲ ਨੂੰ ਕਰਮ ਕਥਾ ਦੁਆਰਾ ਧੋਣਾ ਕਰੋ। ਚਿੱਤ ਦੀ ਚੰਚਲਤਾਈ ਰੂਪੀ ਮੈਲ ਨੂੰ ਭਗਤੀ ਦੀ ਕਥਾ ਦੁਆਰਾ ਧੋਣਾ ਕਰੋ। ਅਗਿਆਨ ਦੇ ਅਵਰਨ ਪਰਦੇ ਨੂੰ ਗਿਆਨ ਦੀ ਕਥਾ ਕਰਕੇ ਧੋਣਾ ਕਰੋ। ਸੋ ਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅਨ ਦਿਨ ਆਪ ਸਿਓ ਲੜੈ। ਸੋ ਕ੍ਰਿਤ ਕਹੀਏ ਸ਼ੁੱਕਰਵਾਰ, ਇਹ ਦੈਂਤਾਂ ਦੇ ਗੁਰੂ ਦਾ ਨਾਮ ਹੈ। ਇਸ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਹੇ ਭਾਈ, ਪੁੰਨ ਕਰਮਾਂ ਦੇ ਆਸਰੇ ਉਹ ਇਸ ਉਪਰੋਕਤ ਵਰਤ ਵਿੱਚ ਬਿਰਤੀ ਨੂੰ ਚਾੜਨਾ ਕਰੋ, ਭਾਵ ਬ੍ਰਹਮਾਕਾਰ ਕਰੋ ਅਤੇ ਰਾਤ ਦਿਨ ਆਪਾ ਭਾਵ ਦੇ ਅਧਿਆਸ ਦੇ ਨਾਲ ਆਪਣੇ ਸਰੂਪ ਦੇ ਗਿਆਨ ਕਰਕੇ ਉਸ ਨਾਲ ਲੜੈ, ਯੁੱਧ ਕਰੋ, ਭਾਵ ਆਪਾ ਭਾਵ ਨੂੰ ਦੂਰ ਕਰੋ, ਮੇਟਣਾ ਕਰੋ।
ਸੁਰਖੀ ਪਾਂਚੋ ਰਾਖੈ ਸਬੈ, ਤਉ ਦੂਜੀ ਦ੍ਰਿਸ਼ਟ ਨ ਪੈਸੈ ਕਬੈ। ਪਾਂਚੋ ਹੁੰਦਾ ਪੰਜੇ ਸੁਰਖੀ ਗਿਆਨ ਇੰਦਰੀਆਂ ਨੂੰ ਸਭੇ ਭਾਵ ਸਾਰੇ ਵਿਸ਼ਿਆਂ ਵੱਲੋਂ ਰੋਕ ਕਰਕੇ ਰੱਖਣਾ ਕਰੋ। ਅਨਵੈ ਕਰਕੇ ਸਭੈ ਬਸੈ, ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਵਸ ਕਰਕੇ ਰੱਖਣਾ ਕਰੋ। ਤਦੋਂ ਫਿਰ ਦੂਜੀ ਦਵੈਤ ਦੇ ਪਾਉਣ ਵਾਲੀ ਦ੍ਰਿਸ਼ਟੀ ਕਦਾ ਚਿੱਤ ਵੀ ਨਹੀਂ ਪੈਂਦੀ ਪ੍ਰਵੇਸ਼ ਕਰਦੀ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਜੋਤ ਦੀ ਵੱਟੀ ਘਟ ਮਹਿ ਜੋਏ। ਸੋ ਇਸ ਦਾ ਦੂਸਰਾ ਪਾਠ ਦੀ ਵਟੀ ਵੀ ਹੈ। ਥਾਵਰ ਸਨਿਚਰਵਾਰ ਇਹ ਸੂਰਜ ਦੇ ਪੁੱਤਰ ਦਾ ਨਾਮ ਹੈ। ਇਸ ਦੁਆਰਾ ਸਿੱਖਿਆ ਕਥਨ ਕਰਦੇ ਹਨ ਕਿ ਥਿਰ ਇਸਤਤ ਰੂਪ ਜੋ ਬ੍ਰਹਮ ਹੈ ਉਸ ਵਿੱਚ ਬਿਰਤੀ ਨੂੰ ਟਿਕਾ ਕਰਕੇ ਰੱਖਣਾ ਕਰੋ। ਜੋਤੀ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਬ੍ਰਹਮਾਕਾਰ ਬਿਰਤੀ ਰੂਪੀ ਵੱਟੀ ਨੂੰ ਹਿਰਦੇ ਵਿੱਚ ਜੋਏ ਦੇਖਣਾ ਕਰੋ। ਅੰਤਸ਼ਕਰਨ ਰੂਪੀ ਦੀਵਟੀ ਤੋਂ ਭਾਵ ਦੀਵੇ ਵਿੱਚ ਬ੍ਰਹਮਾਕਾਰ ਬਿਰਤੀ ਰੂਪੀ ਬੱਤੀ ਪਾ ਕੇ ਪ੍ਰੇਮ ਦਾ ਘਿਓ ਪਾ ਕੇ ਜੋਤੀ ਸਰੂਪ ਨੂੰ ਹਿਰਦੇ ਵਿੱਚ ਵੇਖਣਾ ਕਰੋ। ਬਾਹਰ ਭੀਤਰ ਭਇਆ ਪਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਜਿਵੇਂ ਦੀਵਾ ਦੇਹਲੀ ਤੇ ਰੱਖਣ ਨਾਲ ਅੰਦਰ ਬਾਹਰ ਦੋਵੇਂ ਪਾਸੇ ਪ੍ਰਕਾਸ਼ ਕਰਦਾ, ਇਵੇਂ ਜਦੋਂ ਪਰਮੇਸ਼ਰ ਅੰਦਰ ਪ੍ਰਗਟ ਹੋ ਜਾਂਦਾ ਉਦੋਂ ਬ੍ਰਹਿਮੰਡ ਵਿੱਚ ਬਾਹਰ ਅਤੇ ਭੀਤਰ ਸਰੀਰਾਂ ਹਿਰਦੇ ਵਿੱਚ ਬਾਹਰ ਮੁੱਖ ਬਿਰਤੀ ਵਾਲੇ ਅਤੇ ਭੀਤਰ ਅੰਤਰਮੁਖ ਬਿਰਤੀ ਵਾਲੇ ਸਾਰਿਆਂ ਵਿੱਚ ਉਸ ਪਰਮੇਸ਼ਰ ਦਾ ਪ੍ਰਕਾਸ਼ ਹੋਇਆ ਦਿਸਣ ਲੱਗ ਪੈਂਦਾ ਹੈ। ਤਦੋਂ ਸਾਰੇ ਕਰਮ ਕਾਂਡਾਂ ਦਾ ਨਿਤ ਨਿਮਿਤ ਕਾਮਕ ਪ੍ਰਾਸ਼ਚਿਤ ਨਿਖਿੱਧ ਆਦਿਕ ਦਾ ਨਾਸ ਖਾਤਮਾ ਹੋ ਜਾਂਦਾ ਹੈ। ਜਬ ਲਗ ਘਟ ਮਹਿ ਦੂਜੀ ਆਨ, ਤਉ ਲਉ ਮਹਿਲ ਨ ਲਾਭੈ ਜਾਨ। ਹੇ ਭਾਈ, ਜਦ ਤੱਕ ਹਿਰਦੇ ਵਿੱਚ ਦੂਜੀ ਦਵੈਤ ਆਨ ਆਈ ਹੋਈ ਹੈ ਤਦੋਂ ਤੱਕ ਇਹ ਜਾਣਨਾ ਕਰੋ ਕਿ ਪਰਮੇਸ਼ਰ ਦਾ ਮਹਿਲ ਸਰੂਪ ਲੱਭ ਨਹੀਂ ਸਕਦਾ। ਰਮਤ ਰਾਮ ਸਿਓ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਹੇ ਭਾਈ, ਜਦੋਂ ਦਾ ਰਮਤ ਰਮੇ ਹੋਏ ਪਰਮੇਸ਼ਰ ਦੇ ਨਾਲ ਪ੍ਰੇਮ ਲਾਗੋ ਲੱਗ ਗਿਆ ਹੈ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ, ਤਦੋਂ ਦਾ ਅੰਗ ਅੰਤਸ਼ਕਰਨ ਸਰੀਰ ਨਿਰਮਲ ਸ਼ੁੱਧ ਹੋ ਗਿਆ ਹੈ। ਸੋ ਇੱਥੋਂ ਤੱਕ ਰਾਗ ਗੌੜੀ ਦੀ ਵਾਰ ਕਬੀਰ ਜੀਓ ਕੇ ਜੋ 7 ਵਾਰ ਆਏ ਸਨ ਉਹਨਾਂ ਦੀ ਵਿਚਾਰ ਦੇ ਸਹਿਤ ਸਮਾਪਤੀ ਹੋਈ ਹੈ। ਸੋ ਆਉਣ ਵਾਲੀ ਕੱਲ੍ਹ ਦੀ ਵਿਚਾਰ ਦੇ ਵਿੱਚ ਆਪਾਂ ਭਗਤ ਨਾਮਦੇਵ ਜੀਓ ਦੀ ਰਾਗ ਗੌੜੀ ਚੇਤੀ ਜਾਤੀ ਦੇ ਵਿੱਚ ਵਿਚਾਰ ਪ੍ਰਾਰੰਭ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।